तकरीबन 10-12 गाइयां साडियां साल च सुंदियां 12-14 वर्गे सुंदियां ने माशाअल्लाह 12-14 लिहाज जे 5-6 बच्चे होंदे ने वेचड़ी दे नहीं को 5 बच्चियां नहीं वो रख लईदियां ने सर वो जड़ा साल दा बच्चा है वो अंदाजन किन्ने क दा सेल होई जंदा है ਅਸੀਂ ਇਹ ਹੁਣ ਵੇਚੇ ਜੇ ਪਿਛਾਂ 60 ਹਜ਼ਾਰ ਦੇ अस्सलाम वालेकुम वालेकुम सलाम जी सर की हाल है ਅੱਲਾਹ ਦਾ ਕਰਮ ਦੁਆ ਜੀ आप दा की नाम है ਮੁਹੰਮਦ ਇਕਬਾਲ ਜੀ इकबाल साहब किन्ने अरसे तू जानवरां दा काम करदे हो पे 4 ਸਾਲ ਤੋਂ ਜੀ माशाअल्लाह सिर्फ गावां ही रखियां ने तुसी ਨਹੀਂ ਜੀ ਮੈਂ ਸਾਰੇ ਤਜਰਬੇ ਕੀਤੇ ਨੇ ਪਹਿਲੂ ਕੱਟੇ ਰੱਖੇ ਨੇ 1 ਸਾਲ अच्छा ਉਹਨਾਂ ਨੇ ਪਰਵਰਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ 2 ਕੰਮ ਕਰੀਦੇ ਨੇ ਹੁਣ ਸਿਰਫ ਗਾਈਆਂ ਆਪਣੀ ਰੱਖੀਆਂ ਦੁੱਧ ਵਾਸਤੇ ਵੀ ਤੇ ਅੱਗੋਂ ਉਹਨਾਂ ਨੇ ਜਾ ਵੀ ਪਾਲੀ ਦੇ माशाअल्लाह ते जड़ा तुहाडा कट्टियां दा तजर्बा ही वो फिर फेल हो गया ਨਹੀਂ ਉਹ ਸਾਨੂੰ ਦੁੱਧ ਦੀ ਜ਼ਰੂਰਤ ਸੀ ਨਾ ਤਾਂ ਫਿਰ ਡਬਲ ਕੰਮ ਕਰਨਾ ਪੈਂਦਾ ਸੀ ਇਹ ਸਾਡਾ ਡਬਲ ਹੋ ਜਾਂਦਾ ਦੁੱਧ ਘਰ ਵਾਸਤੇ ਵੀ ਤੇ ਫਾਰ ਸੇਲ ਵੀ ਨਾਰਮਲ ਜਿਹਾ ਗੁਜ਼ਾਰੇ ਜੋਗਾ ਦੇ ਲਈਦਾ ਤੇ ਜਾ ਵੀ ਪਾਲਦੇ ਨੇ ਡਬਲ ਕੰਮ ਹੋ ਜਾਂਦਾ माशाअल्लाह ते आ जड़ा गावां दा कारोबार है इस तरफ आया किन्नी देर हो गई है 3 साल हो गए ने माशाअल्लाह 3 साल ਦਾ ਤਜਰਬਾ ਅਭੀ ਹੈ ਤੁਸੀਂ ਦੁੱਧ ਸੇਲ ਕਰਦੇ ਹੋ ਤੇ ਜਿਹੜੇ ਗਾਵਾਂ ਦੇ ਜਾ ਨੇ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਵੀ ਸੇਲ ਕਰਦੇ ਹੋ ਹਾਂਜੀ ਜਿਹੜੇ ਗਾਵਾਂ ਦੇ ਜਾ ਨੇ ਵੱਛੇ ਤੇ ਵੱਛੀਆਂ ਬੱਚੇ ਨੇ ਉਹ ਸੇਲ ਕਰ ਛੜੀ ਨਹੀਂ ਵੱਛੀਆਂ ਰੱਖ ਲਈ ਜੀ ਅੱਛਾ ਵੱਛੇ ਸੇਲ ਹੋਈ ਜਾਂਦੇ ਨੇ ਤੇ ਵੱਛੀਆਂ ਰੱਖ ਲੈਂਦੇ ਹੋ ਇਹ ਜਿਹੜੇ ਵੱਛੇ ਨੇ ਸਰ ਉਹ ਕਿੰਨੀ ਉਮਰ ਦੇ ਤੁਸੀਂ ਸੇਲ ਕਰਦੇ ਹੋ ਸਾਲ ਬਾਅਦ ਸੇਲ ਕਰਦੇ 1 ਸਾਲ ਦਾ ਸੇਲ ਕਰਦੇ ਹੋ ਹਾਂਜੀ ਇਹ ਅਗਰ ਕਿਸੇ ਦੋਸਤ ਲੈਣਾ ਹੋਏ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ ਕਰ ਸਕਦਾ ਜੀ ਤੇ ਉਹ ਜਿਹੜਾ ਸਰ ਸਾਲ ਦਾ ਵੱਛਾ ਹੈ ਹਾਂਜੀ ਉਹ ਤੁਹਾਡੇ ਕੋਲ ਕਿਹੜੀ ਨਸਲ ਦਾ ਤਿਆਰ ਹੁੰਦਾ ਹੈ 2 ਅਗਲੇ ਬਲੈਤੀ ਜ਼ਿਆਦਾ ਹੁੰਦੇ ਨੇ ਸਾਹੀਵਾਲ ਜਿਹੜੇ ਨੇ ਉਹ ਅਸੀਂ ਰੱਖ ਲੈਨੇ ਆ ਅੱਛਾ ਸੇਲ ਜਿਹੜੇ ਅਸੀਂ ਬਲੈਤੀ ਕਰ ਛੜਨੇ ਕਿ ਕੁਰਬਾਨੀ ਨਹੀਂ ਲੱਗਦੇ ਉਹ ਅੱਛਾ ਉਹ ਸੇਲ ਕਰ ਛੜੀ ਅੱਛਾ ਸਾਹੀਵਾਲ ਦੇ ਤੁਸੀਂ ਖੁਦ ਰੱਖ ਲਈ ਸਾਹੀਵਾਲ ਦਾ ਹੋ ਜਾ ਨੂੰ ਪਿਓਰ ਹੋ ਜਾ ਉਹ ਨਹੀਂ ਰੱਖ ਲੈਨੇ ਆ ਅੱਛਾ। ਅੱਛਾ ਇਹ ਵੀ ਸਾਡੇ ਘਰ ਦਾ ਬੱਚਾ ਜੇ 2.5 ਸਾਲ ਦਾ ਜੇ ਹੋਇਆ ਉਹ ਜਿਹੜਾ ਪਰਾਂ ਖੜਾ ਬਲੈਕ ਰੰਗ 'ਚ ਹਾਂਜੀ ਬਲੈਕ ਕਲਰ ਚ ਅੱਛਾ ਤੇ ਕੋਈ ਕੁਰਬਾਨੀ ਨਹੀਂ ਫਿਰ ਕਰ ਲਈ ਤਿਆਰ ਜਿਹੜੇ ਸਮਝ ਹੁੰਦੇ ਨੇ ਦੂਸਰੇ ਜਿਹੜੇ ਨੂੰ ਫਾਰਸੇ ਗੋਸ਼ਤ ਵਾਲੇ ਸੇਲ ਕਰ ਛੜੀ ਚਲੋ ਜੀ ਤੇ ਸਰ ਉਹ ਜਿਹੜਾ ਸਾਲ ਦਾ ਬੱਚਾ ਹੈ ਉਹ ਅੰਦਾਜ਼ਨ ਕਿੰਨੇ ਕ ਦਾ ਸੇਲ ਹੋਈ ਜਾਂਦਾ ਹੈ ਅਸੀਂ ਇਹ ਹੁਣ ਵੇਚੇ ਜੇ ਪਿਛਾਂ 60 ਹਜ਼ਾਰ ਦੇ ਮਾਸ਼ਾਅੱਲਾ ਸਾਲ ਦੇ ਹਾਂਜੀ ਚਲੋ ਤੁਹਾਡਾ ਨੰਬਰ ਮੈਂ ਜਿਹੜਾ ਨਾ ਅਗਰ ਕਿਸੇ ਭਾਈ ਨੇ ਲੈਣੇ ਹੁੰਦੇ ਨਾ ਉਹ ਕਮੈਂਟ ਕਰਕੇ ਮੇਰੇ ਕੋਲ ਤੁਹਾਡਾ ਨੰਬਰ ਲੈ ਸਕਦਾ ਮੈਂ ਕਮੈਂਟ ਵਿੱਚ ਦੇ ਦਾਂਦਾ ਕੋਈ ਗੱਲ ਨਹੀਂ ਤੇ ਇਸ ਟਾਈਮ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੀਆਂ ਗਾਵਾਂ ਨੇ ਅਸੀਂ ਇੱਕ ਦੋ ਸਿਰ ਵਲੈਤੀ ਰੱਖੀ ਏ ਉਹ ਗਰਮੀ ਬਰਦਾਸ਼ਤ ਨਹੀਂ ਕਰਦੀਆਂ ਤੇ ਦੂਸਰੀਆਂ ਦੋਗਲੀਆਂ ਕਰ ਛੜੀਆਂ ਨੇ ਕਿ ਉਹ ਸਰਦੀ ਗਰਮੀ 'ਚ ਅਸੀਂ ਅੰਦਰ ਵੀ ਨਹੀਂ ਜੇ ਬੰਦੇ ਅਸਾਂ ਬਾਹਰ ਹੀ ਫਿਰਦੀਆਂ ਰਹਿੰਦੀਆਂ ਸਰਦੀ ਹੋਵੇ ਗਰਮੀ ਹੋਵੇ ਬਾਰਿਸ਼ ਹੋਵੇ ਅਸੀਂ ਕੋਈ ਪਰਦਾ ਨਹੀਂ ਅਸਾਂ ਬਾਹਰ ਹੀ ਘੁੰਮਦੀਆਂ ਬਾਹਰ ਹੀ ਇਹ ਦੋਗਲੀਆਂ ਨੇ ਹਾਂਜੀ ਤੇ ਵਲੈਤੀ ਸਿਰਫ 2 ਨੇ ਹਾਂਜੀ ਵਲੈਤੀ ਸਿਰਫ 2 ਨੇ ਤੇ ਦੋਗਲੀਆਂ ਕਿੰਨੀਆਂ ਕਿ ਨੇ ਦੋਗਲੀਆਂ 12 ਤੇ ਉਹ ਜਿਹੜੀਆਂ ਦੋਗਲੀਆਂ ਨੇ ਉਹ ਕਿਹਦਾ ਕਰਾਸ ਨੇ ਸਾਹੀਵਾਲ ਤੇ ਵਲੈਤੀ ਸਾਹੀਵਾਲ ਤੇ ਵਲੈਤੀ ਤੇ ਤੁਹਾਡਾ ਫਿਰ ਸਰ ਤਜਰਬਾ ਕੀ ਕਹਿੰਦਾ ਕੁਝ ਲੋਕ ਇੰਨੀਆਂ ਮਹਿੰਗੀਆਂ ਗਾਵਾਂ ਮੰਗਵਾਉਂਦੇ ਨੇ ਪਿਓਰ ਮੰਗਵਾਉਂਦੇ ਨੇ ਉਹਦੇ ਲਈ ਮਾਹੌਲ ਅਸੀਂ ਪੈਦਾ ਨਹੀਂ ਕਰ ਸਕਦੇ ਉਹਦੇ ਲਈ ਅਸੀਂ ਜਿਹੜਾ ਵੀ ਚੀਜ਼ਾਂ ਅਵੇਲੇਬਲ ਨਹੀਂ ਸਾਡੇ ਕੋਲ ਅਸੀਂ ਦੋਗਲੀਆਂ ਜਿਹੜੀਆਂ ਨੇ ਉਹ ਆਸਾਨੀ ਨਾਲ ਪਾਲ ਸਕਦੇ ਹਾਂ ਆਸਾਨੀ ਨਾਲ ਰੱਖ ਸਕਦੇ ਹਾਂ ਉਹਨੂੰ ਚਾਰਾ ਦੇ ਸਕਦੇ ਹਾਂ ਮਾਹੌਲ ਜਿਹੜਾ ਉਹਨਾਂ ਦੇ ਮੁਤਾਬਕ ਸਾਡਾ ਜਿਹੜਾ ਨਾ ਐਡਜਸਟ ਹੋ ਸਕਦਾ ਵਲੈਤੀ ਦੇ ਸਾਹ ਹੀ ਨਹੀਂ ਕਰ ਸਕਦੇ ਯਾਨੀ ਕਿ ਦੋਗਲੀਆਂ ਫਿਰ ਬਿਹਤਰ ਨੇ ਸਾਡੇ ਕੋਲ ਵਲੈਤੀ 2 ਨੇ ਤੇ ਜਦੋਂ ਗਰਮੀ ਆ ਜਾਣੀ ਹੈ ਨਾ ਉਹ ਫਿਰ ਸਾਡੇ ਘਰਕਦੀਆਂ ਰਹੀਆਂ ਕਮਜ਼ੋਰ ਹੋ ਜਾਂਦੀਆਂ ਸਾਡੇ ਕੋਲ ਸਹੀ ਤਰ੍ਹਾਂ ਦੂਸਰੀਆਂ ਜਿਹੜੀਆਂ ਨੇ ਉਹ ਤਾਜ਼ੀਆਂ ਰਹੀਆਂ 12 ਮਹੀਨੇ ਠੀਕ ਹੋ ਮਾਸ਼ਾਅੱਲਾ ਤੁਹਾਡੇ ਕੋਲ ਸਾਰੀਆਂ ਗਾਵਾਂ ਨੇ ਤੇ ਗਾਵਾਂ ਦਾ ਦੁੱਧ ਸੁਣਨ ਚ ਆਇਆ ਕਿ ਇੰਨੀ ਆਸਾਨੀ ਨਾਲ ਸੇਲ ਨਹੀਂ ਹੁੰਦਾ ਸੇਲ ਕਰਦੇ ਹੀ ਨੇ ਜੀ ਸੇਲ ਕਰਕੇ ਕੀ ਕਰਾਂਗੇ 6 ਮਹੀਨੇ ਚ ਕੀ ਕਰਾਂਗੇ ਅਸੀਂ 60-70 ਦਾ ਬੱਚਾ ਵੇਚ ਲੈਣਾ ਘਰ ਦਾ ਕੰਮ ਵੀ ਚਲਾ ਲੈਂਦੇ ਆ ਨਾਰਮਲ ਜਿਹਾ ਗੁਜ਼ਾਰਾ ਵੇਚ ਵੀ ਲੈਂਦੇ ਆ ਮਾਸ਼ਾਅੱਲਾ ਡਬਲ ਕੰਮ ਕਰ ਲੈਂਦੇ ਸਾਨੂੰ ਕੀ ਜ਼ਰੂਰਤ ਹੈ ਸੇਲ ਕਰਨ ਦੀ ਯਾਨੀ ਕਿ ਜਿਹੜਾ ਤੁਸੀਂ ਸੇਲ ਕਰਨਾ ਹੈ ਉਹ ਤੁਸੀਂ ਉਹਦੇ ਬੱਚੇ ਨੂੰ ਸੇਲ ਕਰੋ ਉਹ ਤੁਹਾਡੀ ਕਮੇਟੀ ਉਹ ਤੁਹਾਨੂੰ ਜ਼ਿਆਦਾ ਬਚਤ ਹੋਈ ਹੈ ਜਗ੍ਹਾ ਵੀ ਲੈ ਜਾਂਦੇ ਆ ਜਿੰਨਾ ਕੋ ਵੇਖ ਸਕਦੇ ਉਹਨਾਂ ਕੋ ਚੋ ਵੀ ਲੈਂਦੇ ਆ ਤੇ ਹਰ ਸਾਲ ਮਾਸ਼ਾਅੱਲਾ ਕਿੰਨੇ ਤੁਹਾਡੇ ਬੱਚੇ ਸੇਲ ਹੋਈ ਜਾਂਦੇ ਨੇ ਅਸੀਂ ਤਕਰੀਬਨ 10-12 ਗਾਈਆਂ ਸਾਡੀਆਂ ਸਾਲ ਚ ਸੁੰਦੀਆਂ 12-14 ਵਰਗੇ ਸੁੰਦੀਆਂ ਨੇ ਮਾਸ਼ਾਅੱਲਾ 12-14 ਲਿਹਾਜ ਜੇ 5-6 ਬੱਚੇ ਹੁੰਦੇ ਨੇ ਵੇਚੜੀ ਦੇ ਨਹੀਂ ਕੋ 5 ਬੱਚੀਆਂ ਨਹੀਂ ਉਹ ਰੱਖ ਲਈਆਂ ਨੇ ਅੱਛਾ ਯਾਨੀ ਕਿ ਅੱਲਾ ਦਾ ਸ਼ੁਕਰ ਹੈ ਕਿ ਤੁਹਾਡੇ ਜਿਹੜਾ ਫਾਰਮ ਹੈ ਉਹਦੇ ਚ ਵੱਛੀਆਂ ਦਾ ਇਜ਼ਾਫਾ ਹੋ ਰਿਹਾ ਤੇ ਬੱਚੇ ਤੁਸੀਂ ਸੇਲ ਕਰਦੇ ਹੋ ਵੱਛੀਆਂ ਨਹੀਂ ਵੇਚਦੇ ਤੇ ਇਸ ਤੋਂ ਇਲਾਵਾ ਕੁਝ ਆਪਣੇ ਜਿਹੜੇ ਪੀਣ ਵਾਸਤੇ ਦੁੱਧ ਵੀ ਰੱਖ ਲੈਂਦੇ ਹੋ ਦੁੱਧ ਵੀ ਮਣ ਕੋ ਦੁੱਧ ਘਰ ਵੀ ਲੈ ਜਾਂਦਾ ਜੀ ਇਹ ਰੋਜ਼ਾਨਾ ਦਾ ਰੋਜ਼ਾਨਾ ਜੀ ਮਾਸ਼ਾਅੱਲਾ ਸਰ ਲੱਸੀ ਦੁੱਧ ਦੋ ਤਰ੍ਹਾਂ ਬੰਦੇ ਵੀ ਦੁੱਧ ਪੀਂਦੇ ਨੇ ਜਿੰਨੀ ਮਰਜ਼ੀ ਚਾਹ ਪੀਣ ਦੁੱਧ ਪੀਣ ਘਰ ਵੀ ਲੈ ਜਾਈਦਾ ਲੱਸੀ ਪਾਣੀ ਵੀ ਘਰ ਬਣਾ ਲਈਦਾ ਮੌਜ ਲੱਗੀ ਤੇ 12 ਮਹੀਨੇ ਦੀ ਗਾਈਆਂ ਦਾ ਦੁੱਧ ਮੁੱਕਦਾ ਹੀ ਨਹੀਂ ਜੀ ਜੀ ਗਾਈਆਂ ਸਾਡੀਆਂ ਐਸੀਆਂ ਗਾਈਆਂ ਨੇ ਅਸੀਂ ਸ਼ਾਮ ਨੂੰ ਚੋਈਏ ਸਵੇਰੇ ਸੁਣਦੀਆਂ ਨੇ ਸਵੇਰੇ ਫਿਰ ਦੁੱਧ ਚੋਣਾ ਸ਼ੁਰੂ ਕਰ ਦਿੰਦੇ ਅੱਛਾ ਹਾਂਜੀ ਅੱਛਾ ਸਰ ਤੁਹਾਡੇ ਸ਼ੈੱਡ ਉੱਤੇ ਜਿਹੜਾ ਨਾ ਥੋੜੀ ਮੈਂ ਗੱਲ ਕਰਾਂ ਦਾ ਮਾਸ਼ਾਅੱਲਾ ਸ਼ੈੱਡ ਤੁਹਾਡਾ ਅੱਛਾ ਹੈ ਤੇ ਸ਼ੈੱਡ ਕਿੰਨੇ ਅਰਸੇ ਪਹਿਲੇ ਬਣਾਇਆ ਜੇ ਇਹ 5 ਸਾਲ ਪਹਿਲੇ ਬਣਾਇਆ ਤੇ ਖੁਦ ਸੋਚ ਕੇ ਬਣਾਇਆ ਜਾਂ ਕੋਈ ਡਿਜ਼ਾਈਨ ਕਿਸੇ ਕੋਲ ਬਣਵਾਇਆ ਸੀ ਬੜੀ ਦੇਰ ਦਾ ਸ਼ੌਕ ਸੀ ਤੇ ਅਸੀਂ ਫਿਰਦੇ ਰਹੇ ਕਦੇ ਹਾਫਸਾਬਾਦ ਸਾਈਡ ਕਦੇ ਕਿਸੇ ਸਾਈਡ ਕਦੇ ਸਾਈਡ ਤੇ ਉਹ ਕਾਫੀ ਦੋਸਤਾਂ ਕੋਲ ਮਸ਼ਵਰੇ ਵੀ ਲਿਆ ਉਹ ਫਿਰ ਤੋਂ ਕਤਰ ਜਵੀਜ਼ ਇਹ ਕੀਤਾ ਕਿ ਯਾਰ ਤੁਸੀਂ ਇਸ ਰੁਕਦਾ ਰੱਖੋ ਜਿਹੜੀ ਨਾ ਇੱਕ ਤੇ ਇਹਦੇ ਵਿੱਚ ਗਰਮੀ 'ਚ ਠੰਡ ਮਹਿਸੂਸ ਹੁੰਦੀ ਹੈ ਅਸੀਂ ਪੱਖਾ ਨਾ ਵੀ ਲੱਗਾ ਨਾ ਆਪ ਹੀ ਬਹਿ ਰਹਿੰਦੇ ਹਾਂ
ਤੇ ਡੰਗਰ ਵੀ ਜਿਹੜੇ ਨੇ ਈਜ਼ੀ ਰਹਿੰਦੇ ਨੇ। ਹੋਰ ਕੀ ਖੂਬੀ ਹੈ ਤੁਹਾਡੇ ਸ਼ੈੱਡ ਦੀ? ਸ਼ੈੱਡ ਦੀ ਇਹ ਇੱਕ ਹਵਾਦਾਰ ਹੈ ਜੀ। ਇਹਦੇ ਵਿੱਚ ਕੋਈ ਸਮੈਲ ਨਹੀਂ, ਕੋਈ ਗੋਬਰ ਦੀ, ਕੋਈ ਦੂਸਰੀ ਤੀਸਰੀ, ਤੇ ਜਾਨਵਰ ਤੰਦਰੁਸਤ ਰਹਿੰਦੇ ਜੀ। ਤੇ ਸਰ ਸ਼ੈੱਡ ਦੀ ਕਿੰਨੀ ਲੰਬਾਈ ਤੇ ਕਿੰਨੀ ਚੌੜਾਈ ਹੈ? ਇਹ ਜੇ ਤਕਰੀਬਨ 75 ਜੇ ਇੱਕ ਸਾਈਡ ਦੀ ਤੇ 75 ਦੀ ਇੱਕ ਸਾਈਡ ਦੀ ਹੈ। ਅੱਛਾ 75 ਬਾਈ 75 75 ਬਾਈ 75 ਯਾਨੀ ਕਿ ਜਿਹੜੇ 3 ਸ਼ੈੱਡ ਨੇ ਟੋਟਲ, ਉਹ ਤਿੰਨਾਂ ਦੀ ਟੋਟਲ ਚੌੜਾਈ 75? ਨਹੀਂ, ਬਮਾ ਏਰੀਆ ਹੈ ਵੀ। ਅੱਛਾ, ਬਮਾ ਜਿਹੜਾ ਓਪਨ ਏਰੀਆ ਉਹ ਵੀ ਸ਼ਾਮਲ ਹੈ, ਤੇ ਲੰਬਾਈ ਵੀ 75 ਹੈ। ਹਾਂਜੀ। ਤੇ ਓਪਨ ਏਰੀਆ ਕਿੰਨਾ ਕਿ ਇਹਦਾ ਕੋਈ ਨਾਲ ਸਾਈਡਾਂ ਤੇ ਦਿੱਤਾ ਜੋ ਓਪਨ ਇਧਰ 20 ਫੁੱਟ ਹੈ ਜੀ? ਨਹੀਂ 15 ਫੁੱਟ ਤਕਰੀਬਨ 15 ਫੁੱਟ ਕਵਰਡ ਹੈ। ਅੱਛਾ 15 ਫੁੱਟ ਜਿਹੜਾ ਨਾ ਉਹ ਵੇ ਥੱਲੇ ਪੱਥਰ ਪਾਈ ਡੰਗਰ ਦੀ ਨਾ ਆਸਾਨੀ ਨਾਲ ਕੱਚੀ ਜਗ੍ਹਾ ਤੇ ਬਹਿੰਦੇ ਨੇ, ਲੇਟਦੇ ਨੇ, ਦੌੜਦੇ ਭੱਜਦੇ ਨੇ। ਤੇ ਉਸ ਸਾਈਡ ਤੇ ਜਿਹੜਾ ਥੋੜਾ ਜ਼ਿਆਦਾ ਹੈ ਕਿਉਂਕਿ ਉਧਰ ਸਰਦੀ ਦੇ ਵਿੱਚ ਸਾਇਆ ਹੁੰਦਾ, ਆਹ ਥੋੜੀ ਜਗ੍ਹਾ ਵਧਾ ਛੜੀ ਕੇ ਧੁੱਪ ਜਿਹੜੀ ਨਾ ਰਵੇ। ਠੀਕ। ਇੱਕ ਚੀਜ਼ ਮੈਨੂੰ ਹੋਰ ਦੱਸ ਦਿਓ ਜੇ, ਇਹ ਸ਼ੈੱਡ ਤੁਸੀਂ ਓਪਨ ਤੇ ਰੱਖਿਆ ਹੈ ਲੇਕਿਨ ਉੱਥੋਂ ਇੱਟਾਂ ਨਾਲ ਬੰਦ ਕਿਉਂ ਕਰ ਦਿੱਤਾ? ਉਹ ਬੰਦ ਜਿਹੜਾ ਨਾ ਉਹ ਜ਼ਿਆਦਾ ਫਿਰ ਓਪਨ ਰੱਖਦੇ ਹਨ। ਬਾਰਿਸ਼ ਦਾ ਜਿਹੜਾ ਸਿਲਸਿਲਾ, ਜਦੋਂ ਬਾਰਿਸ਼ ਆਉਂਦੀ ਹੈ ਹਵਾਦਾਰ, ਉਹ ਫਿਰ ਅੰਦਰ ਬਾਰਿਸ਼ ਚੱਲਦੀ ਸੀ ਖੁੱਲੀਆਂ ਠੀਕ ਹੈ। ਐਸਾ ਹੁਣ ਅੰਦਰ ਨਹੀਂ ਜਾ ਰਹੇ, ਅਖਰਾਜ ਉੱਤੇ ਹੈ ਲੇਕਿਨ ਉਹ ਬਾਰਿਸ਼ ਦਾ ਜਿਹੜਾ ਨਾ ਉਹ ਬੰਦ ਕਰ ਦਿੱਤਾ ਹੈ। ਬਾਰਿਸ਼ ਦੀ ਵਜ੍ਹਾ ਤੋਂ ਇਹ ਬੰਦ ਬਾਰਿਸ਼ ਦੀ ਵਜ੍ਹਾ ਤੋਂ ਕੀਤਾ ਕੀਤਾ। ਲੇਕਿਨ ਹਵਾਦਾਰ ਤੇ ਇਹ ਹਵਾਦਾਰ ਬਿਹਤਰ ਉੱਤੇ ਰਹਿੰਦੀਆਂ। ਰੱਖਿਆ ਨਾ, ਹਾਂਜੀ, ਫੁੱਟ ਜਗ੍ਹਾ ਉੱਤੇ ਰੱਖੀ ਹੈ ਜੀ। ਠੀਕ ਹੋ ਗਿਆ। ਜ਼ਿਆਦਾ ਦੀ ਵਜ੍ਹਾ ਤੋਂ ਫਿਰ ਬਾਰਿਸ਼ ਨਹੀਂ ਆਉਂਦੀ ਸੀ ਅੰਦਰ। ਅੱਛਾ, ਅਗਰ ਕੋਈ ਬੰਦਾ ਸ਼ੁਰੂ ਕਰਨਾ ਚਾਹੁੰਦਾ ਹੈ ਕਾਊ ਫਾਰਮਿੰਗ, ਜੀ ਜੀ, ਤੇ ਉਹ ਕਿੰਨੇ ਗਾਏ ਰੱਖੇ, ਕਿੰਨੀਆਂ ਗਾਵਾਂ ਰੱਖ ਕੇ ਸ਼ੁਰੂ ਕਰ ਸਕਦਾ? ਕੈਪੈਸਿਟੀ ਹੈ ਨਾ, ਜੇਕਰ ਕਮਰਸ਼ੀਅਲ ਕਰੇ ਹਾਂ ਤੇ ਫਿਰ ਤੇ ਜ਼ਿਆਦਾ ਤੋਂ ਜ਼ਿਆਦਾ ਕਰੇ। ਠੀਕ ਜੇ ਹੈ। ਨਾਰਮਲ ਆਪਣੇ ਗੁਜ਼ਾਰੇ ਵਾਸਤੇ ਤੇ ਭਾਵੇਂ 2 4 5 ਰੱਖ ਲਵੇ, ਜਿੰਨੀ ਰੱਖ ਠੀਕ। ਘਰ ਦਾ ਸਰਕਟ ਚਲਾਉਣਾ ਹੋਏ ਕਿਸੇ ਨੇ ਇਹਦੇ ਐਜ਼ ਦੋ ਅ ਗਾਈਆਂ ਬਿਜ਼ਨਸ? ਇਹਦੇ 2 ਗਾਈਆਂ ਵੀ ਘਰ ਦਾ ਦੁੱਧ ਨਹੀਂ ਮੁੱਕਣ ਦਿੰਦੀਆਂ ਜੀ, 12 ਮਹੀਨੇ ਜੀ। ਠੀਕ ਹੋ ਗਿਆ। ਉਹਨਾਂ ਸੁੱਕਣਾ ਹੀ ਦੁੱਧ ਸੁੱਕਣਾ ਹੀ ਨਹੀਂ। ਇੱਕ ਮਹੀਨਾ ਦੇ ਇਹਨਾਂ ਨੂੰ ਫੇਰ ਸੂ ਪੈਣਾ, ਦੂਜੀ ਮਹੀਨਾ ਕੱਢੇ 2 ਸੂ ਪੈ ਗਈ। ਠੀਕ ਹੈ। 2 ਗਾਈਆਂ ਵੀ ਦੁੱਧ ਨਹੀਂ ਮੁੱਕਣ ਦਿੰਦੀਆਂ। ਫਰੀਜ਼ਨ ਤੋਂ ਬਿਹਤਰ ਫਿਰ ਦੇਸੀ ਵੀ ਨੇ? ਦੇਸੀ ਉਹਦੇ ਤੋਂ ਬਿਹਤਰ? 2 ਗਲੀ ਬਿਹਤਰ ਹੈ ਠੀਕ ਹੈ। ਸਾਡੇ ਮਾਹੌਲ 'ਚ ਐਡਜਸਟ ਵੀ ਹੋ ਸਾਡੇ ਜਾਂਦੀ ਹੈ। ਮਾਹੌਲ 'ਚ adjust ਹੈ ਜੀ। ਅੱਛਾ, ਇਹ ਜਾਨਵਰ ਜਿਹੜੇ ਨੇ ਕਿੱਥੋਂ ਖਰੀਦਣਾ ਜ਼ਰੂਰੀ ਬਿਹਤਰ ਰਹਿਣਗੇ? ਕਿਹੜੀ ਅਸੀਂ ਮੰਡੀ ਚੋਂ ਜਾਂ? ਮੰਡੀਆਂ ਸਾਰੀਆਂ ਚ ਜਿੱਥੋਂ ਮਰਜ਼ੀ ਲੈ ਲਓ ਗਾਈਆਂ ਮਿਲ ਜਾਂਦੀਆਂ ਨੇ। ਠੀਕ ਹੈ। 2 ਗਲੀਆਂ ਵੀ ਮਿਲ ਜਾਂਦੀਆਂ ਨੇ, ਦੂਸਰੀਆਂ ਮਿਲ ਜਾਂਦੀਆਂ, ਤੀਸਰੀਆਂ ਮਿਲ ਜਾਂਦੀਆਂ। ਹੁਣ ਵੱਛੀਆਂ ਜ਼ਿਆਦਾ ਜਿਹੜੀਆਂ ਨੇ ਉਦੋਂ ਜ਼ਿਆਦਾ ਲਾਹੌਰ ਮੰਡੀ ਤੋਂ ਵੱਡੀਆਂ ਮੰਡੀਆਂ ਤੋਂ ਅਵੇਲੇਬਲ ਹੁੰਦੀਆਂ ਨੇ। ਛੋਟੀਆਂ ਮੰਡੀਆਂ ਵੱਛੀਆਂ ਨਹੀਂ ਮਿਲਦੀਆਂ, ਇਹ ਜਿਹੜੀਆਂ ਆਮ ਗਾਈਆਂ ਮਿਲ ਜਾਂਦੀਆਂ ਨੇ। ਗਾਈਆਂ ਮਿਲ ਜਾਂਦੀਆਂ। ਅੱਛੀ ਗਾਏ ਦੀ ਪਹਿਚਾਣ ਦੱਸ ਦਿਓ। ਜਿਹੜਾ ਬੰਦਾ ਰੱਖਦਾ ਸਿਰਫ ਉਹ ਹੀ ਕਰ ਸਕਦਾ, ਇਸ ਨਹੀਂ ਰੱਖੀ ਉਹ ਨਹੀਂ ਪਤਾ। ਉਹ ਦੇਸੀ ਤੇ ਸਾਹੀਵਾਲ ਦੇ ਸਾਰੇ ਆਮ ਨਾਰਮਲ 2 ਚੀਜ਼ਾਂ ਤੇ ਚੱਲਦੀਆਂ ਨੇ, ਬਲੈਤੀ ਤੇ ਦੇਸੀ ਜੀ। ਹਾਂਜੀ। ਜਿਹੜੀ ਹੈ ਸਾਹੀਵਾਲ, ਉਹਦਾ ਸਾਰਿਆਂ ਨੂੰ ਪਤਾ ਨਹੀਂ, ਧੁੰਨ ਹੋਣਾ ਚਾਹੀਦਾ ਜੀ। ਉਹ ਮੋਟੀ ਤਾਦੀ ਵੀ ਹੁੰਦੀ ਹੈ। ਉਹ ਜਿਹੜੀ ਦੂਜੀ ਬਲੈਤੀ ਹੈ ਉਹਦੇ ਕੰਨ ਛੋਟੇ ਹੁੰਦੇ ਜੀ, ਧੌਣ ਲੰਮੀ ਹੁੰਦੀ ਹੈ ਜੀ, ਉਹਦਾ ਕੱਦ ਵੱਡਾ ਹੁੰਦਾ ਜੀ। ਸਹੀ ਪਛਾਣ। ਉਸ ਜਰਸੀ ਜਿਹੜੀ ਉਹਦਾ ਕੱਦ ਨਾਰਮਲ ਹੁੰਦਾ ਹੈ, ਉਹਦੀ ਜਿਹੜੀ ਕਨਕੋਲ ਜਿਹੜੀ ਉਹ ਸਿੱਧੀ ਹੁੰਦੀ ਹੈ। ਉਹ ਹਰ ਇੱਕ ਆਪਣੀ ਨਸਲ ਦੀ ਆਪਣੀ ਆਪਣੀ ਪਛਾਣ। ਜ਼ਬਰਦਸਤ ਹੋ ਗਿਆ। ਅੱਛਾ ਸਰ, ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਇਹਨਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਅਸੀਂ ਜੀ ਬੜੇ ਸ਼ੌਕ ਨਾਲ ਸਿਰਫ ਪਾਉਂਦੇ ਪੱਠੇ ਹੀ ਆ। ਉਹ ਨਾਰਮਲ ਸੀਰਾ ਵੀ ਲਿਆ ਕੇ ਰੱਖੇ ਆ, ਜਦੋਂ ਜ਼ਿਆਦਾ ਸਰਦੀ ਹੋਏ ਫਿਰ ਸੀਰਾ ਵੀ ਇਹਨਾਂ ਨੂੰ ਪਾਈਦਾ। ਸੀਰਾ ਕੀ ਚੀਜ਼ ਹੈ? ਇਹ ਜਿਹੜੀ ਰਾਬ ਵਗੈਰਾ ਮਿਲਦੀ ਹੈ ਸ਼ੂਗਰ ਮਿਲਾ ਦੋ ਸੀਰਾ। ਠੀਕ ਹੋ ਗਿਆ ਜੀ। ਉਹ ਇਸਤੇਮਾਲ ਕਰ ਲਈ ਜ਼ਿਆਦਾ ਠੰਡ ਹੋਵੇ ਤੇ। ਅੱਛਾ। ਉਹ ਖਾ ਪੀ ਕੇ ਦੌੜਦੀਆਂ ਭਜਦੀਆਂ ਮੋਜਾਂ ਵੀ। ਤੇ ਸਰ ਤੁਸੀਂ ਜਿਹੜਾ ਚਾਰਾ ਕਹਿ ਰਹੇ ਹੋ ਕਿ ਆਮ ਹੀ ਇਸਤੇਮਾਲ ਕਰਦੇ ਹੋ, ਉਹ ਆਮ ਚਾਰਾ ਕੀ ਹੈ? ਪਰਾਲੀ ਹੈ? ਤੂੜੀ, ਪਰਾਲੀ ਤੇ ਬਰਸੀਮ ਦੀ। ਤੇ ਇਸ ਤੋਂ ਇਲਾਵਾ ਵੰਡਾ ਨਹੀਂ ਖਿਲਾਉਂਦੇ? ਵੰਡਾ ਜਿਹੜਾ ਖਾਣੇ ਆ ਜਿਹਨਾਂ ਨੂੰ ਦੁੱਧ ਚੋਣਾ ਹੋਵੇ, ਉਹ ਜਦੋਂ ਚੋਣ ਲੱਗਦੇ ਨਾ ਉਸੇ ਭਾਨੇ ਨੂੰ ਕਿਲੋ 2 ਕਿਲੋ ਵੰਡਾ ਪਾ ਦਿੰਦੇ। ਇਹ ਵੰਡਾ ਕੋਈ ਦੇਸੀ ਇਸਤੇਮਾਲ ਕਰਦੇ ਹੋ ਜਾਂ ਰੈਡੀ? ਜੇ ਅਸੀਂ ਦੇਸੀ ਘਰ ਦੀ ਕਣਕ ਤੇ ਗਰਮੀ ਹੋਵੇ ਤੇ ਨਾਲ ਉਹ ਕੌੜੀ ਖਾਲ ਤੇ ਦੂਸਰੇ ਸਾਰੇ ਪਾ ਕੇ ਇਸਤੇਮਾਲ ਕਰਕੇ ਵੇਚਣੇ ਨੇ। ਜ਼ਿਆਦਾ ਦੇ ਵਿੱਚ ਬਿਮਾਰੀਆਂ ਪੈਦਾ ਨੇ। ਉੱਲੀ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਬੜੇਵੇਂ, ਉਹਦੀ ਵਜ੍ਹਾ ਟਰੈਕਟਰ ਆਉਂਦੇ ਨੇ ਜੀ, ਥਾਣਾ ਦੀ ਜਿਹੜਾ ਹੁੰਦਾ ਉਹ ਸਾੜੂ, ਉਹ ਜ਼ਿਆਦਾ ਆ ਜਾਂਦੀ ਹੈ। ਦੇਸੀ ਵੰਡਾ ਜਿਹੜਾ ਘਰ ਦਾ ਨਾਲ ਦਾ ਵੰਡਾ ਹੀ ਕੋਈ ਨਹੀਂ ਕੋਈ। ਜ਼ਿੰਦਾਬਾਦ। ਤੇ ਸਰ ਦੇਸੀ ਵੰਡਾ ਬਿਹਤਰ ਹੈ। ਹਾਂਜੀ। ਇਸ ਤੋਂ ਇਲਾਵਾ ਹੋਰ ਤੇ ਕੋਈ ਸੇਵਾ ਨਹੀਂ ਇਹਨਾਂ ਦੀ ਕਰਦੇ ਤੁਸੀਂ? ਜੋ ਇਹਨਾਂ ਦੀ ਜ਼ਰੂਰਤਾਂ ਨੇ, ਨਮਕ ਰੱਖੇ ਆ, ਆਪਣਾ ਫੁੱਲੀਆਂ ਦੇ ਢੇਲੇ ਵੀ ਰੱਖੇ ਨੇ, ਉਂਝ ਵੀ ਇਸਤੇਮਾਲ ਕਰੀਦਾ। ਪਾਣੀ 24 ਘੰਟੇ ਤਾਜ਼ਾ ਅਵੇਲੇਬਲ ਇਹਨਾਂ ਕੋਲ। ਇਹ ਹੀ ਇਹਨਾਂ ਨੂੰ ਚੀਜ਼ਾਂ ਚਾਹੀਦੀਆਂ, ਇਹਨਾਂ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੀ ਕੋਈ। ਮਾਸ਼ਾਅੱਲਾ। ਕਦੇ ਕੋਈ ਐਸਾ ਫਾਲਟ ਆਇਆ ਹੀ ਨਹੀਂ। ਅੱਛਾ, ਇੱਕ ਚੀਜ਼ ਵੇਖੀ ਗਈ ਹੈ ਕਿ ਤੁਸੀਂ ਆਪਣੀਆਂ ਗਾਈਆਂ ਖੁੱਲੀਆਂ ਰੱਖੀਆਂ ਨੇ। ਹਾਂਜੀ। ਇਹਦਾ ਕੋਈ ਰਾਜ਼ ਖੁੱਲੀਆਂ ਰੱਖਣ ਦਾ? ਖੁੱਲੀਆਂ ਰੱਖਣ ਦਾ ਰਾਹ ਦੇਵੇ ਕਿ ਕਿਤੇ ਈਜ਼ੀਲੀ, ਜੇ ਇਹਨਾਂ ਨੂੰ ਗਰਮੀ ਲੱਗੇ ਤਾਂ ਬਾਹਰ ਪੈ ਜਾਂਦੀਆਂ ਨੇ, ਸਰਦੀ ਲੱਗੇ ਤਾਂ ਅੰਦਰ ਤੁਰ ਜਾਂਦੀਆਂ ਨੇ। ਪਾਣੀ ਜੇ ਤੁਸੀਂ ਬੰਨ੍ਹ ਕੇ ਰੱਖਾਂਗੇ ਤਾਂ ਪਾਣੀ ਜਿਹੜਾ ਮੁਲਾਜ਼ਮ 2 ਦਫਾ ਦਿਹਾੜੀ ਦਾ ਆਏਗਾ, ਇਹ 7 ਵਾਰੀ ਆ ਕੇ ਪੀਂਦੀਆਂ ਨੇ। ਜ਼ਬਰਦਸਤ। ਥੋੜਾ ਜਿਹਾ ਪੱਠੇ ਖਾ ਲਿਆ, ਥੋੜਾ ਜਿਹਾ ਪਾਣੀ ਪੀ ਲਿਆ, ਦੌੜ ਭੱਜ ਲਿਆ, ਫਿਰ ਪੱਠੇ ਖਾ ਲਿਆ ਜਾ ਕੇ। 7 ਘੰਟੇ ਜਦੋਂ ਇਹਨੂੰ ਜ਼ਰੂਰਤ ਨਹੀਂ ਪੱਠੇ ਖਾ ਲੈਣੀ ਜਾ ਕੇ। ਕੁੱਲ ਮਿਲਾ ਕੇ ਹੈ ਕਿ ਇਹਨਾਂ ਦੀ ਗਰੋਥ ਅੱਛੀ ਹੁੰਦੀ ਹੈ। ਆਪਣੀ ਮਰਜ਼ੀ ਨਾਲ ਅੰਦਰ ਜਾਣ, ਆਪਣੀ ਮਰਜ਼ੀ ਨਾਲ ਬਾਹਰ ਆਉਣ। ਜ਼ਬਰਦਸਤ ਹੋ ਗਿਆ ਸਰ। ਜਿਹੜੀ ਤੁਹਾਡੀ ਸਭ ਤੋਂ ਅੱਛੀ ਗਾਂ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਰਹੀ ਹੈ? 20-25 ਕਿਲੋ ਵੀ ਦੇ ਸਕਦੀ।
20-25 16 ਹੀ ਲਗਾਈਆਂ, ਸਾਰੀਆਂ 16 ਹੀ ਸਾਰੀਆਂ ਝੋਨੇ ਆ, ਫਿਰ ਵੀ 10-12 ਕਿਲੋ ਦੇ ਛੱਡ ਮਾਸ਼ਾਅੱਲਾ। ਯਾਨੀ ਕਿ ਜਦੋਂ ਉਹ ਸਜਰੀ ਸੂਈ ਹੁੰਦੀ ਹੈ 20-25 ਕਿਲੋ ਦੁੱਧ ਦਿੰਦੀ ਹੈ। ਦਿੰਦੀ ਹੈ। ਤੇ ਇੱਕ ਗਾਂ ਤੇ ਰੋਜ਼ਾਨਾ ਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ? ਅਸੀਂ ਆਪਣਾ ਜਿਹੜਾ ਵੰਡੇ ਦਾ ਉਹ ਹੀ ਗਿਣਨੇ ਆ, ਦੂਜਾ ਸਾਡਾ ਘਰ ਦਾ ਹੈ, ਪੱਠੇ ਵੀ ਘਰ ਦੇ ਨੇ, ਤੂੜੀ ਵੀ ਘਰ ਦੀ ਹੈ, ਪਰਾਲੀ ਵੀ ਘਰ ਦੀ ਹੈ। ਉਹ 2 ਕਿਲੋ ਲਾ ਲਓ, 40 ਰੁਪਏ ਕਿਲੋ ਲਾ ਲਓ, ਕੇਜੀ ਲਾ ਲਓ, 50 ਰੁਪਏ ਕੇਜੀ ਲਾ ਲਓ, ਨਾ ਵਾਜਾ। ਤੇ ਸਰ ਤੁਸੀਂ ਇੰਨੇ ਜਾਨਵਰਾਂ ਵਾਸਤੇ ਕਿੰਨੇ ਮੁਲਾਜ਼ਮ ਰੱਖੇ ਨੇ? 2 ਮੁਲਾਜ਼ਮ ਨਾਲ ਖੁਦ ਵੀ ਹੋ? ਨਹੀਂ ਜੀ, ਮੈਂ ਨਹੀਂ ਕੁਝ ਵੀ ਕਰਦਾ। ਅੱਛਾ, ਮੁਲਾਜ਼ਮ ਹੀ ਕਰਦੇ ਨੇ। ਮੈਂ ਸਰਵਾਗ ਫੇਰਾ ਨਹੀਂ, ਡਿਊਟੀ ਪੈ ਦੇਣਾ, ਕੰਮ ਨਹੀਂ ਮੈਂ ਕਰਦਾ, ਕੰਮ ਉਹੀ ਕਰਨਾ। ਹੁਣ ਵੀ ਪੱਠੇ ਲੈਣ ਗਏ ਨੇ, ਉਹਨੇ ਲਿਆ ਕੇ ਪਾਣੇ ਨੇ, ਕੁਦਰਤ ਨੇ ਜੋ ਵੀ ਕਰਨਾ ਹੈ, ਸਿਰਫ ਟਾਈਮ ਨਾਲ ਵੇਖਣਾ, ਕਰ ਲਿਆ ਜਿਵੇਂ ਕਰ ਲਿਆ, ਬਸ ਕੋਈ ਕਰ ਆਪਣੀ ਮਰਜ਼ੀ ਨਾਲ ਕਰਦੇ। ਇਹ ਜਿਹੜੀਆਂ ਤੁਹਾਡੇ ਕੋਲ ਦੋਗਲੀਆਂ ਗਾਵਾਂ ਨੇ, ਇਹਨਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਤੇ ਉਹਦਾ ਕੀ ਇਲਾਜ ਕਰਦੇ ਹੋ? ਇਹ ਸਾਲ 'ਚ 1-2 ਟੀਕੇ ਲਵਾੜੇ ਕੋਟੂ ਦੇ ਤੇ ਕਮੂਕ ਕਰਦੇ, ਬਸ ਹੋਰ ਕੋਈ ਚੀਜ਼ ਨਹੀਂ। ਯਾਨੀ ਕਿ ਅੱਲਾ ਦਾ ਸ਼ੁਕਰ ਹੈ ਬਿਮਾਰੀ ਤੋਂ ਮਹਿਫੂਜ਼ ਨੇ। ਆਮ ਰੂਟੀਨ 'ਚ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਹਾਂਜੀ ਦਿੰਦੇ ਨੇ, ਉੱਤੇ ਪੱਠੇ ਉੱਤੇ ਧੂੜ ਛੱਡ ਜਾ, ਅਸੀਂ ਮੂੰਹ 'ਚ ਕਦੇ ਦਿੱਤਾ ਮਸਾਲਾ ਉਹ ਤਿਆਰ ਕੀਤਾ ਹੈ? ਨਹੀਂ ਜੀ, ਇਹ ਘਰ ਦਾ ਹੀ ਜਿਹੜਾ ਕੋਈ ਨਮਕ ਮਿਰਚ ਨਹੀਂ ਹੈ, ਅਦਰਕ ਚਦਰਕ ਉਹ ਉਸੇ ਥੋੜੇ ਖਾ ਜਾਂਦੀ ਨਾ। ਮਾਸ਼ਾਅੱਲਾ ਸਰ, ਦਿਲ ਖੁਸ਼ ਕੀਤਾ ਤੁਹਾਡੀਆਂ ਗੱਲਾਂ ਸੁਣ ਕੇ, ਬੜਾ ਮਜ਼ਾ ਆਇਆ। ਇਨਸ਼ਾਅੱਲਾ ਜਿਹੜੇ ਭਾਈ ਵੇਖਦੇ ਨੇ ਉਹਨਾਂ ਨੂੰ ਫਾਇਦਾ ਵੀ ਹੋਏਗਾ। ਆਖਰੀ ਗੱਲ ਦੇ ਤੌਰ ਤੇ ਆ ਦੱਸੋ, ਜਿਹੜੇ ਦੋਸਤ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ। ਸਭ ਤੋਂ ਪਹਿਲਾਂ ਤੇ ਕੋ ਦੇਣ ਆਪਣਾ ਤਿਆਰ ਕਰਨ, ਉਹਨਾਂ ਦਾ ਆਪਣਾ ਮਾਈਂਡ ਹੋਵੇ ਤੇ ਫਿਰ ਇਸ ਪਾਸੇ ਆ ਜਾਣ। ਤੇ ਜੇ ਕਿਸੇ ਦੀ ਸਲਾਹ ਨਾਲ ਆਉਣਾ ਤੇ ਫਿਰ ਨਹੀਂ ਆਉਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਤੇ ਹੈ ਜੇ ਉਹਨਾਂ ਦਾ ਆਪਣਾ ਸ਼ੌਕ ਹੋਵੇ, ਇੱਕ ਮਸ਼ਗਲਾ ਵੀ ਹੈ, ਇਨਕਮ ਵੀ ਹੈ ਤੇ ਹਾਬੀ ਹੈ, ਬਿਹਤਰੀਨ ਹਾਬੀ ਹੈ। ਦੁੱਧ ਵੀ ਪੀਓ, ਪੈਸੇ ਵੀ ਕਮਾਓ, ਆਪਣੇ ਆਪ ਹੀ ਵੀ ਬਿਜ਼ੀ ਰਹੋ ਤੇ ਘਰਦਿਆਂ ਨੂੰ ਵੀ ਬਿਜ਼ੀ ਰਹੋ। ਜੀ ਸਰ, ਬਹੁਤ ਸ਼ੁਕਰੀਆ। ਅੱਲਾ ਹਾਫਿਜ਼।